कि 5 साल बाद मैं की करना चाहूँगी, साल 'ਚ मैं की करना चाहूँगी, ਮਹੀਨੇ 'ਚ ਔਰ 1 ਦਿਨ 'ਚ ਮੈਂ ਕੀ ਕਰਨਾ ਚਾਹੂੰਗੀ। ਸੋ ਜਦੋਂ ਆਪਾਂ ਲਿਖ ਲੈਂਦੇ ਹਾਂ ਔਰ ਰਾਤ ਨੂੰ ਜਦੋਂ ਬਹਿ ਕੇ ਦੇਖਦੇ ਹਾਂ, ਐਨਾਲਾਈਜ਼ ਕਰਦੇ ਹਾਂ ਵੀ ਆਹ ਚੀਜ਼ ਮੈਂ ਕੀਤੀ, ਤਾਂ ਉਹ ਕਰਨੀ ਵੀ ਬੜੀ ਆਸਾਨ ਹੋ ਜਾਂਦੀ ਔਰ ਆਪਾਂ ਨੂੰ ਆਪਣੀ ਪ੍ਰੋਗਰੈਸ ਦਾ ਵੀ ਪਤਾ ਲੱਗ ਜਾਂਦਾ, ਆਪਾਂ ਐਨਾਲਾਈਜ਼ ਵੀ ਕਰ ਪਾਉਂਦੇ ਹਾਂ। ਖੇਡਣਾ ਜ਼ਰੂਰੀ ਹੈ, ਖੁੱਲ੍ਹੇ ਮੈਦਾਨ 'ਚ ਜਾਣਾ ਜ਼ਰੂਰੀ ਹੈ, ਪਿੰਡਾਂ 'ਚ ਜਾਣਾ ਜ਼ਰੂਰੀ ਹੈ। ਸੋ ਬੱਚਿਆਂ ਨੂੰ ਉਸ ਪਾਸੇ ਵੀ ਤੁਰਨਾ ਚਾਹੀਦਾ ਹੈ ਕਿ ਨੇਚਰ ਵਿੱਚ ਵੀ ਰਹਿਣਾ ਉਹਨਾਂ ਨੂੰ ਆਵੇ। ਨੇਚਰ ਵਿੱਚ ਜਾਵਾਂਗੇ ਤਾਂ ਉਹਨਾਂ ਨੂੰ ਕੁਦਰਤ ਨਾਲ ਸਾਂਝ ਬਣੂਗੀ ਇੱਕ ਤਾਂ, ਔਰ ਦੂਸਰੀ ਗੱਲ ਅਗਰ ਸਪੋਰਟਸ ਕਰਾਂਗੇ ਤਾਂ ਉਹਦੇ ਵਿੱਚ ਟੀਮ ਸਪਿਰਿਟ ਬਣਦੀ ਹੈ, ਸਪੋਰਟਸਮੈਨਸ਼ਿਪ ਆਉਂਦੀ ਹੈ। ਹਾਰਨਾ ਜਿੱਤਣਾ ਬੱਚੇ ਨੂੰ ਸਾਂਭਣਾ ਆਉਂਦਾ ਵੀ ਜਦੋਂ ਹਾਰ ਵੀ ਜਾਈਦਾ ਤਾਂ ਕਿਸ ਤਰ੍ਹਾਂ ਉਹਨੂੰ ਸਾਂਭੀਦਾ, ਔਰ ਜਿੱਤ ਵੀ ਜਾਈਦਾ ਤਾਂ ਉਹਦੇ ਵਿੱਚ ਵੀ ਖੁਸ਼ੀ ਵਿੱਚ ਵੀ ਕਿੰਨਾ ਕੁ ਆਪਣੇ ਆਪ ਨੂੰ ਕਾਇਮ ਰੱਖੀਦਾ। ਉਸ ਚੀਜ਼ ਨੂੰ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਆਪਾਂ ਕਿਸ ਸੂਬੇ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਕਿਸ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਸੋਸ਼ਲ ਮੀਡੀਆ 'ਤੇ, ਔਰ ਉਹਦਾ ਧਿਆਨ ਰੱਖਣਾ ਚਾਹੀਦਾ ਹੈ। ਔਰ ਉੱਥੋਂ ਤੁਹਾਡੀ ਲਿਆਕਤ ਦਾ ਵੀ ਪਤਾ ਚੱਲਦਾ। ਸੋ ਕੋਈ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਅਗਰ ਉਹਦਾ ਉਸ ਜ਼ੁਬਾਨ 'ਤੇ ਕੰਟਰੋਲ ਨਹੀਂ ਹੈ ਤਾਂ ਮੈਂ ਸਮਝਦੀ ਹਾਂ ਵੀ ਉਹਦਾ ਕੁਛ ਮਿੱਟੀ 'ਚ ਪੈ ਜਾਂਦਾ। ਕਿ ਰਿਸ਼ਤਿਆਂ ਦੇ ਚੰਗੇਪਨ ਲਈ, ਰਿਸ਼ਤਿਆਂ ਦੇ ਨਿਭਾਅ ਲਈ ਕੀ ਕਰਨਾ ਚਾਹੀਦਾ ਹੈ? ਕਰਨਾ ਕੁਛ ਵੀ ਨਹੀਂ ਚਾਹੀਦਾ। ਐਕਚੁਅਲੀ ਇਹੀ ਚੀਜ਼ ਜ਼ਰੂਰੀ ਹੈ ਕਿ ਕਰਨਾ ਕੁਛ ਨਹੀਂ ਚਾਹੀਦਾ, ਰਿਸ਼ਤੇ ਨੂੰ ਫਲੋ ਹੋਣ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਇੱਕ ਕੋਈ ਪਾਣੀ ਦਾ ਜੋ ਵਹਾਅ ਹੁੰਦਾ ਨਾ, ਉਸਨੂੰ ਚੱਲਣ ਦੇਣਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਅਤੇ ਸਕੂਲ ਛੱਡ ਕੇ ਜਾਣ ਦੀ ਦਰ ਨੂੰ ਘਟਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 1 ਤੋਂ 8ਵੀਂ ਜਮਾਤ ਵਿੱਚ ਵਰਦੀ ਤੋਂ ਵਾਂਝੇ ਰਹਿ ਗਏ ਜਨਰਲ ਵਰਗ ਦੇ 2.66 ਲੱਖ ਲੜਕਿਆਂ ਨੂੰ ਵੀ ਮੁਫਤ ਵਰਦੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਪੰਜਾਬ ਸਰਕਾਰ ਮੌਜੂਦਾ ਵਿੱਤੀ ਸਾਲ ਦੌਰਾਨ 15.98 ਕਰੋੜ ਰੁਪਏ ਖਰਚ ਕਰੇਗੀ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ, ਪਹਿਲਾਂ ਸਕੂਲ ਦੀ ਵਰਦੀ ਐਸੀ ਬੱਚਿਆਂ ਨੂੰ ਮਿਲਦੀ ਸੀ, ਲੇਕਿਨ ਮੈਂ ਇਹ ਸੋਚਿਆ ਹੈ, ਸਾਡੀ ਸਰਕਾਰ ਨੇ ਸੋਚਿਆ ਹੈ ਕਿ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਉਹ ਸਾਰਿਆਂ ਨੂੰ ਹੀ ਦੇਣੀ ਚਾਹੀਦੀ, ਉਹ ਸਾਰੇ ਗਰੀਬ ਬੱਚੇ ਪੜ੍ਹਦੇ। ਇਸ ਕਰਕੇ ਅਸੀਂ ਫੈਸਲਾ ਕਰ ਲਿਆ ਕਿ ਜਿੰਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੈ ਸਾਰੇ ਬੱਚਿਆਂ ਨੂੰ ਹੀ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਜਿਹੜੀਆਂ ਪੰਜਾਬ ਸਰਕਾਰ ਦਿੰਦੀ ਹੈ, ਤੇ ਵਰਦੀਆਂ ਵੀ ਸਾਰੇ ਬੱਚਿਆਂ ਨੂੰ ਮਿਲਣਗੀਆਂ। ਆਹ ਨੋਟੀਫਿਕੇਸ਼ਨ ਹੈ ਤੁਹਾਡੇ ਪਾਸ, ਇਹ ਅੱਗੇ ਤੋਂ ਵਰਦੀ ਸਾਰਿਆਂ ਨੂੰ ਮਿਲੇ ਕਰੇ। ਹਾਂਜੀ, ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ। ਸਾਰੇ ਬੱਚਿਆਂ ਨੂੰ ਵਰਦੀਆਂ, ਪੜ੍ਹਾਈ ਫ੍ਰੀ ਦਿੱਤੀ ਜਾ ਰਹੀ ਹੈ। ਸੋ ਚੰਨੀ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਮੇਰੇ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ, ਵਧੀਆ ਵਰਦੀ ਮਿਲੀ ਹੈ, ਬੱਚਿਆਂ ਨੂੰ ਵਧੀਆ ਪੜ੍ਹਾਇਆ ਜਾ ਰਿਹਾ ਹੈ। ਚੰਨੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਇਸ ਵੇਲੇ ਸਕੂਲ ਸਿੱਖਿਆ ਵਿਭਾਗ ਦੁਆਰਾ 600 ਰੁਪਏ ਪ੍ਰਤੀ ਵਰਦੀ ਦੇ ਹਿਸਾਬ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 15.03 ਲੱਖ ਵਿਦਿਆਰਥੀਆਂ ਨੂੰ ਵਰਦੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਨ੍ਹਾਂ ਲਈ ਮੌਜੂਦਾ ਵਿੱਤੀ ਸਾਲ ਦੌਰਾਨ 90.16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ। ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਨਵੇਂ ਸਾਲ ਦਾ ਆਗਾਜ਼ ਹੈ ਤੇ ਨਵੇਂ ਸਾਲ ਤੇ ਕੀ ਕੁਝ ਨੀਅਤ ਕਰਨਾ ਚਾਹੀਦਾ ਹੈ। ਮਾਨਸਿਕ ਤੌਰ ਤੇ ਇੱਕ ਡਾਇਰੀ ਜਿਹੜੀ ਬਣਾਉਣੀ ਜ਼ਰੂਰੀ ਹੈ, ਕਿਉਂਕਿ ਪੁਰਾਣੇ ਸਾਲ ਤੋਂ ਅਸੀਂ ਬੜਾ ਕੁਝ ਸਿੱਖਦੇ ਹਾਂ ਤੇ ਨਵੇਂ ਸਾਲ 'ਚ ਨਿਸ਼ਾਨੇ ਹੁੰਦੇ ਨੇ। ਕਿਸ ਤਰ੍ਹਾਂ ਦੇ ਨਿਸ਼ਾਨੇ ਨਵੀਂ ਪੀੜ੍ਹੀ ਨੂੰ ਰੱਖਣੇ ਚਾਹੀਦੇ ਹੈ। ਕਈ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ, ਜਿਹਦੇ ਵਿੱਚ ਪੜ੍ਹਾਈ ਵੀ ਆ ਜਾਂਦੀ ਹੈ, ਸਪੋਰਟਸ ਵੀ ਆ ਜਾਂਦਾ ਹੈ। ਅਤੇ ਅਸੀਂ ਜਿਹੜੇ ਯੁੱਗ 'ਚ ਜਿਉਂ ਰਹੇ ਹਾਂ, ਸੋਸ਼ਲ ਮੀਡੀਆ ਦਾ ਯੁੱਗ ਹੈ, ਕਿਸ ਤਰ੍ਹਾਂ ਨਾਲ ਅਤੇ ਨਾਲ ਰਿਸ਼ਤਿਆਂ 'ਚ ਭੰਨ ਤੋੜ, ਕਈ ਤਰ੍ਹਾਂ ਦੀਆਂ ਜਿਹੜੇ ਪੱਖ ਹੈ ਇਹ ਨਵੇਂ ਸਾਲ 'ਚ ਸਾਡੇ ਸਾਹਮਣੇ ਆਉਣੇ। ਅੱਜ ਨਵੇਂ ਸਾਲ ਦੇ ਆਗਾਜ਼ 'ਤੇ, ਸ਼ੁਰੂਆਤ 'ਤੇ ਇਹਨਾਂ ਚਾਰੇ ਹੀ ਵਿਸ਼ਿਆਂ 'ਤੇ ਗੱਲਬਾਤ ਕਰਨੀ ਸਾਡੇ ਨਾਲ ਸਾਡੇ ਓਲੰਪੀਅਨ ਅਵਨੀਤ ਕੌਰ ਸਿੱਧੂ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਜਾਣਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਿਲਕੁਲ ਠੀਕ ਜੀ, ਥੈਂਕ ਯੂ। ਅਤੇ ਕਿਸ ਤਰ੍ਹਾਂ ਇੱਕ ਨਵੀਂ ਪੀੜ੍ਹੀ ਨੂੰ, ਯੂਥ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਨਵੇਂ ਸਾਲ ਦੀ, ਕਿਉਂਕਿ ਤੁਸੀਂ ਜਿੱਥੋਂ ਉੱਠੇ ਬਠਿੰਡੇ ਦੀ ਧਰਤੀ ਤੋਂ ਕਿੱਥੋਂ ਤੱਕ ਗਏ ਹੋ ਜੀ, ਇਸ ਤਰ੍ਹਾਂ ਦਾ ਕੀ ਵਿਸ਼ੇਸ਼ ਚੁਣਨਾ ਚਾਹੀਦਾ ਹੈ? ਦੇਖੋ, ਵੈਸੇ ਤਾਂ ਅਗਰ ਆਪਾਂ ਗੱਲ ਕਰੀਏ ਸਿਰਫ ਇੱਕ ਤਾਰੀਖ ਬਦਲਦੀ ਹੈ ਔਰ ਇੱਕ ਕੈਲੰਡਰ ਬਣਿਆ ਹੋਇਆ ਹੈ ਤਾਂ ਦਿਨਾਂ ਦਾ ਜੋ ਸਿਸਟਮ ਹੈ ਉਸ ਤਰ੍ਹਾਂ ਹੀ ਚੱਲ ਰਿਹਾ ਹੈ। ਪਰ ਆਪਾਂ ਅਗਰ ਕੈਲੰਡਰ ਦੀ ਤਾਰੀਖ ਬਦਲ ਰਹੀ ਹੈ, ਸਾਲ ਬਦਲ ਰਿਹਾ ਹੈ, ਤਾਂ ਮੇਰੇ ਖਿਆਲ 'ਚ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇੱਕ ਟਾਰਗੇਟ ਦੇਣਾ, ਇੱਕ ਡਾਇਰੈਕਸ਼ਨ ਦੇਣਾ। ਅਤੇ ਅਸੀਂ ਵੀ ਜਦੋਂ ਛੋਟੇ ਸੀ ਤਾਂ ਨਵੇਂ ਸਾਲ ਦੀਆਂ ਰੈਜ਼ੋਲਿਊਸ਼ਨਸ ਬਣਾਉਂਦੇ ਸੀ, ਕੁਛ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਸਾਡੇ ਪ੍ਰਣ ਹੈਗੇ ਆ ਨਵੇਂ ਸਾਲ ਦੇ ਜੀ। ਸੋ ਉਹ ਹੋਣੇ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦਾ ਜੋ ਦਿਨ ਹੁੰਦਾ, ਜਿਸ ਤਰ੍ਹਾਂ ਸਾਲ ਖਤਮ ਹੁੰਦਾ ਤਾਂ ਤੁਸੀਂ ਜਦੋਂ ਪਿੱਛੇ ਝਾਤੀ ਮਾਰਦੇ ਹੋ ਆਪਣੀ ਡਾਇਰੀ ਵਿੱਚ, ਜਾਂ ਤਾਂ ਤੁਸੀਂ ਲਿਖਦੇ ਹੋ ਜਾਂ ਆਪਣੇ ਮੈਂਟਲ ਡਾਇਰੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਉੱਥੇ ਤੁਸੀਂ ਸੋਚਦੇ ਹੋ, ਤਾਂ ਪਿੱਛੇ ਮੁੜ ਕੇ ਜ਼ਰੂਰ ਦੇਖਣਾ ਚਾਹੀਦਾ ਕਿ ਇਸ ਸਾਲ 'ਚ ਮੈਂ ਕੀ ਅਕੰਪਲਿਸ਼ ਕੀਤਾ। ਅਕੰਪਲਿਸ਼ ਤੋਂ ਮੈਂ ਮਤਲਬ ਇਹ ਨਹੀਂ ਕਹੂੰਗੀ ਕੋਈ ਮਟੀਰੀਅਲਿਸਟਿਕ ਜਿੱਤ ਆਪਾਂ ਜਿੱਤੀ ਹੈ। ਆਪਾਂ ਐਜ਼ ਅ ਹਿਊਮਨ ਬੀਇੰਗ, ਇੱਕ ਇਨਸਾਨ ਦੀ ਤਰ੍ਹਾਂ ਆਪਾਂ ਕਿੰਨਾ ਗਰੋ ਕੀਤੇ ਆ,
ਆਪਣੇ ਪ੍ਰੋਫੈਸ਼ਨਲ ਖੇਤਰ ਵਿੱਚ ਆਪਾਂ ਕੀ ਉਪਲਬਧੀਆਂ ਕੀਤੀਆਂ, ਪਰਸਨਲ ਆਪਣੀ ਕੀ ਗਰੋਥ ਹੋਈ ਹੈ, ਇਨਸਾਨੀਅਤ ਦੇ ਤੌਰ ਤੇ ਆਪਾਂ ਕਿੰਨੇ ਬਿਹਤਰ ਬਣੇ ਹੈ। ਸੋ ਆਈ ਥਿੰਕ ਇੱਕ ਡਾਇਰੈਕਸ਼ਨ ਹੋਣੀ, ਇੱਕ ਦੂਰਅੰਦੇਸ਼ੀ ਹੋਣੀ ਬਹੁਤ ਜ਼ਰੂਰੀ ਹੈ ਔਰ ਨਵੇਂ ਸਾਲ ਵਿੱਚ ਵੀ ਇਸੇ ਤਰ੍ਹਾਂ ਜਾਣਾ ਚਾਹੀਦਾ ਹੈ। ਆਪਣੇ ਪ੍ਰੋਫੈਸ਼ਨਲ ਲਾਈਫ ਵਿੱਚ ਕਿਸ ਤਰ੍ਹਾਂ ਆਪਾਂ ਸੁਧਾਰ ਕਰ ਸਕਦੇ ਹਾਂ, ਸਮਾਜ ਨੂੰ ਕੀ ਬਿਹਤਰ ਦੇ ਸਕਦੇ ਹਾਂ, ਖੁਦ ਲਈ ਇੱਕ ਐਜ਼ ਐਨ ਇਨਸਾਨ ਆਪਾਂ ਕਿਸ ਤਰ੍ਹਾਂ ਬਿਹਤਰ ਗਰੋ ਕਰ ਰਹੇ ਹਾਂ। ਸੋ ਇਹ ਪਿਕਚਰ ਬੜੀ ਕਲੀਅਰ ਹੋਣੀ ਚਾਹੀਦੀ ਹੈ ਯੂਥ ਦੇ ਮਾਈਂਡ ਵਿੱਚ। ਅੱਛਾ, ਬਹੁਤ ਲੰਬੇ ਟਾਈਮ ਤੋਂ ਸੁਣਦੇ ਹੋ ਇੱਕ ਸਵਾਲ ਕਿ ਪੜ੍ਹਾਈ ਪੂਰੀ ਕਰ ਲਓ, ਸਪੋਰਟਸ 'ਚ ਫੇਰ ਜਾਇਓ। ਤੁਸੀਂ ਪੜ੍ਹਾਈ ਵੀ ਕੀਤੀ, ਸਪੋਰਟਸ 'ਚ ਵੀ ਗਏ ਜੀ, ਤੇ ਇਹ ਬੈਲੈਂਸ ਨੂੰ ਜੇ ਮਾਪਿਆਂ ਦੇ ਮਨ 'ਚ ਪਾਈਏ ਤਾਂ ਬੱਚਿਆਂ ਲਈ ਵੀ ਇੱਕ ਲੀਹ ਬਣਾਉਣੀ ਹੋਵੇ ਤਾਂ ਕੀ ਕਰਨਾ ਚਾਹੀਦਾ? ਬਿਲਕੁਲ ਇਹ ਬੈਲੈਂਸ ਵੀ ਟਾਈਮ ਮੈਨੇਜਮੈਂਟ ਕਰਕੇ ਹੁੰਦਾ ਹੈ। ਅਗਰ ਆਪਾਂ ਆਪਣੇ ਟਾਈਮ ਨੂੰ ਡਿਵਾਈਡ ਕਰਦੇ ਹਾਂ ਔਰ ਆਪਣੀ ਜੋ ਪ੍ਰਾਇੋਰਟੀਜ਼ ਹੈ ਕਲੀਅਰ ਹੈ, ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਆਪਣੇ ਜੋ ਨਿਸ਼ਾਨੇ ਆ ਕਲੀਅਰ ਹੋਣੇ ਚਾਹੀਦੇ ਆ ਦਿਮਾਗ 'ਚ। ਜੀ, ਜਦੋਂ ਆਪਾਂ ਉਹਨਾਂ ਨੂੰ ਲਿਖ ਲੈਂਦੇ ਹਾਂ ਡਾਇਰੀ ਵਿੱਚ, ਤਾਂ ਮੇਰੀ ਵੀ ਆਦਤ ਸੀ ਕਿ ਮੈਂ ਲਿਖ ਲੈਂਦੀ ਹਾਂ ਲੌਂਗ ਟਰਮ ਤੇ ਸ਼ਾਰਟ ਟਰਮ, ਕਿ 5 ਸਾਲ ਬਾਅਦ ਮੈਂ ਕੀ ਕਰਨਾ ਚਾਹੂੰਗੀ, ਸਾਲ 'ਚ ਮੈਂ ਕੀ ਕਰਨਾ ਚਾਹੂੰਗੀ, ਮਹੀਨੇ 'ਚ ਔਰ ਇੱਕ ਦਿਨ 'ਚ ਮੈਂ ਕੀ ਕਰਨਾ ਚਾਹੂੰਗੀ। ਸੋ ਜਦੋਂ ਆਪਾਂ ਲਿਖ ਲੈਂਦੇ ਹਾਂ ਔਰ ਰਾਤ ਨੂੰ ਜਦੋਂ ਬਹਿ ਕੇ ਦੇਖਦੇ ਹਾਂ, ਐਨਾਲਾਈਜ਼ ਕਰਦੇ ਹਾਂ ਵੀ ਆਹ ਚੀਜ਼ ਮੈਂ ਕੀਤੀ, ਤਾਂ ਉਹ ਕਰਨੀ ਵੀ ਬੜੀ ਆਸਾਨ ਹੋ ਜਾਂਦੀ ਔਰ ਆਪਾਂ ਨੂੰ ਆਪਣੀ ਪ੍ਰੋਗਰੈਸ ਦਾ ਵੀ ਪਤਾ ਲੱਗ ਜਾਂਦਾ, ਆਪਾਂ ਐਨਾਲਾਈਜ਼ ਵੀ ਕਰ ਪਾਉਂਦੇ ਹਾਂ। ਸੋ ਇਸੇ ਤਰ੍ਹਾਂ ਪੇਰੈਂਟਸ ਨੂੰ ਵੀ ਮੈਂ ਕਹੂੰਗੀ ਇਕੱਲੀ ਪੜ੍ਹਾਈ ਨਾਲ ਵੀ ਆਈ ਥਿੰਕ ਅੱਜ ਕੱਲ੍ਹ ਜਿਸ ਤਰ੍ਹਾਂ ਪੜ੍ਹਾਈ ਵੀ ਬਹੁਤ ਜ਼ਿਆਦਾ ਕੰਪੈਟੀਟਿਵ ਹੋ ਗਈ ਹੈ, ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਹੈ, ਬੱਚਿਆਂ ਦੇ ਨੰਬਰ ਵੀ 100% 99% ਆ ਰਹੇ ਆ, ਤਾਂ ਉਹਦੇ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਜੋ ਹੈ ਸਪੋਰਟਸ ਨੂੰ ਵੀ ਅਪਣਾਈਏ। ਸਪੋਰਟਸ ਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਨੇ ਪ੍ਰੋਫੈਸ਼ਨਲ ਸਪੋਰਟਸ ਹੀ ਕਰਨੀ ਹੈ, ਖੇਡਣਾ ਜ਼ਰੂਰੀ ਹੈ, ਖੁੱਲ੍ਹੇ ਮੈਦਾਨ 'ਚ ਜਾਣਾ ਜ਼ਰੂਰੀ ਹੈ, ਪਿੰਡਾਂ 'ਚ ਜਾਣਾ ਜ਼ਰੂਰੀ ਹੈ। ਸੋ ਬੱਚਿਆਂ ਨੂੰ ਉਸ ਪਾਸੇ ਵੀ ਤੁਰਨਾ ਚਾਹੀਦਾ ਹੈ ਕਿ ਨੇਚਰ ਵਿੱਚ ਵੀ ਰਹਿਣਾ ਉਹਨਾਂ ਨੂੰ ਆਵੇ। ਨੇਚਰ ਵਿੱਚ ਜਾਵਾਂਗੇ ਤਾਂ ਉਹਨਾਂ ਨੂੰ ਕੁਦਰਤ ਨਾਲ ਸਾਂਝ ਬਣੂਗੀ ਇੱਕ ਤਾਂ, ਔਰ ਦੂਸਰੀ ਗੱਲ ਅਗਰ ਸਪੋਰਟਸ ਕਰਾਂਗੇ ਤਾਂ ਉਹਦੇ ਵਿੱਚ ਟੀਮ ਸਪਿਰਿਟ ਬਣਦੀ ਹੈ, ਸਪੋਰਟਸਮੈਨਸ਼ਿਪ ਆਉਂਦੀ ਹੈ, ਹਾਰਨਾ ਜਿੱਤਣਾ ਬੱਚੇ ਨੂੰ ਸਾਂਭਣਾ ਆਉਂਦਾ ਵੀ ਜਦੋਂ ਹਾਰ ਵੀ ਜਾਈਦਾ ਤਾਂ ਕਿਸ ਤਰ੍ਹਾਂ ਉਹਨੂੰ ਸਾਂਭੀਦਾ, ਔਰ ਜਿੱਤ ਵੀ ਜਾਈਦਾ ਤਾਂ ਉਹਦੇ ਵਿੱਚ ਵੀ ਖੁਸ਼ੀ ਵਿੱਚ ਵੀ ਕਿੰਨਾ ਕੁ ਆਪਣੇ ਆਪ ਨੂੰ ਟਾਈਮ ਰੱਖੀਦਾ। ਤੁਹਾਡੇ ਕੋਲੇ ਬਹੁਤ ਸਾਰੀਆਂ ਕੰਪਲੇਂਟਸ ਵੀ ਆਉਂਦੀਆਂ ਤੇ ਯੁੱਗ ਵੀ ਸੋਸ਼ਲ ਮੀਡੀਆ ਦਾ। ਜੀ, ਤੁਸੀਂ ਸੋਸ਼ਲ ਮੀਡੀਆ ਦੇ ਸਦਉਪਯੋਗ ਦੀ ਕੀ ਯੂਥ ਨੂੰ ਰਾਏ ਦਿਓਗੇ? ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਵੀ ਇਹਨੇ ਕ੍ਰੀਏਟ ਕੀਤੀਆਂ ਜਿੱਥੇ ਭਲਾ ਕੀਤਾ ਹੈ। ਜੀ ਜੀ ਹਾਂ, ਬਿਲਕੁਲ। ਸੋਸ਼ਲ ਮੀਡੀਆ ਦੀ ਗੱਲ ਕਰੀਏ ਜਾਂ ਟੈਕਨੋਲੋਜੀ ਦੀ ਗੱਲ ਕਰੀਏ, ਕੋਈ ਵੀ ਚੀਜ਼ ਹੁੰਦੀ ਉਹਦੇ ਦੋ ਪਹਿਲੂ ਹੁੰਦੇ ਆ, ਮਤਲਬ ਜਿੱਥੇ ਫਾਇਦੇ ਹੁੰਦੇ ਆ ਨੁਕਸਾਨ ਵੀ ਹੁੰਦੇ ਆ। ਸੋ ਕਈ ਵਾਰ ਕੀ ਹੁੰਦਾ ਕਿ ਜੋ ਚੀਜ਼ ਬਣੇ ਆਪਣੇ ਫਾਇਦੇ ਲਈ ਜਾਂ ਨੁਕਸਾਨ ਜ਼ਿਆਦਾ ਦੇਣ ਲੱਗ ਜਾਂਦੀ ਹੈ। ਸੋ ਸੋਸ਼ਲ ਮੀਡੀਆ ਬਹੁਤ ਅੱਛਾ ਪਲੇਟਫਾਰਮ ਹੈ ਆਪਣੀਆਂ ਚੀਜ਼ਾਂ ਨੂੰ, ਓਪੀਨੀਅਨਸ ਨੂੰ, ਫੀਲਿੰਗਸ ਨੂੰ ਸ਼ੇਅਰ ਕਰਨ ਦਾ, ਇੱਕ ਦੂਜੇ ਨਾਲ ਜੁੜੇ ਰਹਿਣ ਦਾ। ਮਤਲਬ ਕਿੱਥੇ ਜਿੱਥੇ ਪਹਿਲਾਂ ਪੁਰਾਣੇ ਜ਼ਮਾਨੇ 'ਚ ਆਪਾਂ ਚਿੱਠੀਆਂ ਲਿਖਦੇ ਸੀ ਜਾਂ ਜੀ ਬਿਲਕੁਲ ਉਹ ਡਾਇਲਿੰਗ ਵਾਲੇ ਫੋਨ ਹੁੰਦੇ ਸੀ, ਤਾਂ ਹੁਣ ਇੱਕ ਕਲਿੱਕ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ US 'ਚ ਬੈਠਾ ਮੇਰਾ ਭਰਾ ਭੈਣ ਕੀ ਕਰ ਰਿਹਾ। ਜੀ, ਉਹਨੇ ਫੋਟੋ ਪਾਈ, ਆਪਾਂ ਦੇਖ ਸਕਦੇ ਹਾਂ, ਖੁਸ਼ੀ 'ਚ ਸ਼ਾਮਿਲ ਹੋ ਸਕਦੇ ਹਾਂ ਫੋਟੋਆਂ ਦੇ ਜ਼ਰੀਏ ਜਾਂ ਹੋਰ ਚੀਜ਼ਾਂ ਦੇ ਜ਼ਰੀਏ, ਮੈਸੇजेस ਦੇ ਜ਼ਰੀਏ। ਪਰ ਇੱਕ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮੈਂ ਦੇਖਦੀ ਹਾਂ ਕਿ ਖਾਸ ਕਰ ਅੱਜ ਕੱਲ੍ਹ ਦੇ ਯੂਥ ਹੈ, ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਫੋਟੋ ਪਾਈ ਹੈ ਤੇ ਉਸ ਤੇ 500 ਲਾਈਕ ਆ ਗਏ ਹੈ ਜਾਂ ਨਹੀਂ ਆ ਗਏ ਹੈ, ਜਾਂ ਅਗਰ ਕਿਸੇ ਨੇ ਕੋਈ ਕਮੈਂਟ ਕਰਤਾ ਜਾਂ ਕਿਸੇ ਨੇ ਕੁਝ ਆਪਣਾ ਇੱਕ ਵਿਊ ਰੱਖਤਾ, ਤਾਂ ਉਹਦੀ ਜਦੋਂ ਤੁਸੀਂ ਅਗਰ ਉਸ ਵਿਊ ਨਾਲ ਸਹਿਮਤ ਨਹੀਂ ਹੋ ਤਾਂ ਭਾਸ਼ਾ ਦਾ ਜੋ ਤਰੀਕਾ ਹੈਗਾ ਅੱਜ ਕੱਲ੍ਹ ਦਾ ਬਹੁਤ ਖਰਾਬ ਹੈ। ਮੈਂ ਬਹੁਤ ਦੇਖਿਆ ਵੀ ਹੈ, ਮੈਂ ਆਪਣੇ ਸੋਸ਼ਲ ਮੀਡੀਆ ਤੇ ਇਹ ਕੰਸਰਨ ਬਹੁਤ ਵਾਰੀ ਇਹ ਮੁੱਦਾ ਚੱਕਿਆ ਵੀ ਹੈ ਕਿ ਜਦੋਂ ਆਪਾਂ ਕਿਸੇ ਨਾਲ ਸਹਿਮਤ ਨਹੀਂ ਆ ਤਾਂ ਇੱਕ ਸਲੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਵਿੱਚ ਬੈਰੀਅਰਸ ਕੋਈ ਨਹੀਂ ਹੈਗੇ, ਖੁੱਲ੍ਹਾ ਹੈ ਮੈਦਾਨ, ਤੁਸੀਂ ਉੱਥੇ ਕੁਝ ਵੀ ਲਿਖ ਸਕਦੇ ਹੋ, ਪਰ ਉਹਦਾ ਹੀ ਸਲੀਕਾ ਆਪਾਂ ਨੂੰ ਸਿੱਖਣਾ ਪੈਣਾ। ਔਰ ਯੂਥ ਨੂੰ ਖਾਸ ਕਰਕੇ ਲੋੜ ਹੈ ਆਪਣੇ ਹੁਣ ਮੁੱਦੇ, ਕੋਈ ਵੀ ਸੋਸ਼ਲ ਮੁੱਦਾ ਹੈ, ਪੋਲੀਟੀਕਲ ਮੁੱਦਾ ਹੈ, ਧਰਮ ਨਾਲ ਜੁੜਿਆ ਹੋਇਆ ਮੁੱਦਾ ਹੈ, ਕਿਸਾਨੀ ਅੰਦੋਲਨ ਦਾ ਮੁੱਦਾ ਸੀਗਾ, ਉਹਦੇ ਵਿੱਚ ਮੈਂ ਦੇਖਿਆ ਯੂਥ ਨੂੰ ਕਈ ਬਹੁਤ ਸਮਝਦਾਰ ਹੈ, ਬਹੁਤ ਸੈਂਸਿਟਿਵ ਹੈ, ਬਹੁਤ ਲਿਆਕਤ ਨਾਲ ਗੱਲ ਕਰਦੇ, ਔਰ ਕਈਆਂ ਦਾ ਜੋ ਲੈਂਗੁਏਜ ਹੈਗੀ ਹੈ ਜੀ ਬਹੁਤ ਹੀ ਮਾੜੀ ਯੂਜ਼ ਕਰਦੇ ਆ। ਸੋ ਮੈਂ ਕਹੂੰਗੀ ਵੀ ਪੇਰੈਂਟਸ ਨੂੰ ਵੀ ਇਹ ਚੀਜ਼ ਦੇਖਣੀ ਪਊਗੀ ਔਰ ਯੂਥ ਨੂੰ ਵੀ ਸਮਝਣਾ ਪਊਗਾ ਕਿ ਅਗਰ ਆਪਾਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ ਤਾਂ ਪੰਜਾਬੀ ਭਾਸ਼ਾ 'ਚ ਤਾਂ ਬੜੀ ਮਿੱਠੇ ਬੋਲੜੇ ਜਾਣੇ ਜਾਂਦੇ ਆ ਪੰਜਾਬੀ। ਸੋ ਉਸ ਚੀਜ਼ ਨੂੰ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਆਪਾਂ ਕਿਸ ਸੂਬੇ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਕਿਸ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ, ਔਰ ਉਹਦਾ ਧਿਆਨ ਰੱਖਣਾ ਚਾਹੀਦਾ ਹੈ। ਔਰ ਉੱਥੋਂ ਤੁਹਾਡੀ ਲਿਆਕਤ ਦਾ ਵੀ ਪਤਾ ਚੱਲਦਾ। ਸੋ ਕੋਈ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਅਗਰ ਉਹਦਾ ਉਸ ਜ਼ੁਬਾਨ ਤੇ ਕੰਟਰੋਲ ਨਹੀਂ ਹੈ ਤਾਂ ਮੈਂ ਸਮਝਦੀ ਹਾਂ ਵੀ ਉਹਦਾ ਕੁਛ ਮਿੱਟੀ 'ਚ ਪੈ ਜਾਂਦਾ, ਉਹਦਾ ਸਾਰਾ ਕੁਝ ਕੀਤਾ। ਅੱਛਾ, ਮੈਂ ਤੁਸੀਂ ਤੀਜਾ ਪੱਖ ਵੀ ਬਹੁਤ ਤੁਹਾਡੇ ਨਾਲ ਹੀ ਜੁੜਦਾ ਹੈ। ਤੁਸੀਂ ਵਿਆਹਾਂ ਦੇ, ਰਿਸ਼ਤਿਆਂ ਦੇ ਮਸਲੇ ਬੜੇ ਪੁਲਿਸ ਕੋਲੇ ਆਉਂਦੇ ਆ, ਤੁਹਾਡੇ ਕੋਲੇ ਤਾਂ ਇੱਥੇ ਲਗਾਤਾਰ ਆਉਂਦੇ ਹੀ ਰਹਿੰਦੇ ਆ ਜੀ। ਤੁਸੀਂ ਨਵੇਂ ਸਾਲ 'ਚ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਰਿਸ਼ਤਿਆਂ ਦੇ ਚੰਗੇਪਨ ਲਈ, ਰਿਸ਼ਤਿਆਂ ਦੇ ਨਿਭਾਅ ਲਈ ਕੀ ਕਰਨਾ ਚਾਹੀਦਾ ਹੈ? ਕਰਨਾ ਕੁਛ ਵੀ ਨਹੀਂ ਚਾਹੀਦਾ। ਐਕਚੁਅਲੀ ਇਹੀ ਚੀਜ਼ ਜ਼ਰੂਰੀ ਹੈ ਕਿ ਕਰਨਾ ਕੁਛ ਨਹੀਂ ਚਾਹੀਦਾ, ਰਿਸ਼ਤੇ ਨੂੰ ਫਲੋ ਹੋਣ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਇੱਕ ਕੋਈ ਪਾਣੀ ਦਾ ਜੋ ਵਹਾਅ ਹੁੰਦਾ ਨਾ, ਉਸਨੂੰ ਚੱਲਣ ਦੇਣਾ ਚਾਹੀਦਾ ਹੈ।
ਜੋ ਵੀ ਰਿਸ਼ਤਾ ਮਜ਼ਬੂਤ ਹੈ ਉਹ ਹਰ ਕੋਈ ਵੀ ਮੁਸ਼ਕਿਲ ਆਉਂਦੀ ਉਹਨੂੰ ਚੱਲ ਲੈਂਦਾ ਹੈ। ਜੀ। ਸੋ ਇਹ ਜ਼ਰੂਰ ਹੋਣਾ ਚਾਹੀਦਾ ਹੈਗਾ। ਸਾਡੇ ਕੋਲ ਬਹੁਤ ਕੇਸਿਸ ਆਉਂਦੇ ਆ, ਕਈਆਂ ਦੇ 4-4 5-5 ਮਹੀਨੇ ਹੀ ਹੋਏ ਹੁੰਦੇ ਆ ਵਿਆਹ ਹੋਏ ਨੂੰ। ਜੀ। ਸੋ ਇੱਥੇ ਮੈਂ ਕਿਸੇ ਇੱਕ ਚੀਜ਼ ਨੂੰ ਆਪਾਂ ਇੱਕ ਫੈਕਟਰ ਨਹੀਂ ਲੱਭ ਸਕਦੇ। ਹਰ ਕੇਸ ਵਿੱਚ ਅਲੱਗ ਚੀਜ਼ ਹੁੰਦੀ ਹੈ, ਅਲੱਗ ਵਜ੍ਹਾ ਹੁੰਦੀ ਹੈ। ਜੀ। ਸੋ ਜ਼ਰੂਰੀ ਇਹ ਹੈਗਾ ਕਿ ਰਿਸ਼ਤਿਆਂ ਨੂੰ ਆਪਾਂ ਮਜ਼ਾਕ ਨਾ ਸਮਝੀਏ। ਅਗਰ ਕਾਨੂੰਨ ਵੀ ਬਣੇ ਆ ਤੁਹਾਡੀ ਪ੍ਰੋਟੈਕਸ਼ਨ ਲਈ ਬਣੇ ਆ, ਮਿਸਯੂਜ਼ ਲਈ ਨਹੀਂ ਬਣੇ ਆ। ਜੀ। ਸੋ ਉਹਦੇ ਵਿੱਚ ਵੀ ਆਪਾਂ ਇਹ ਨਾ ਸੋਚੀਏ ਵੀ ਕਿਸੇ ਨੂੰ ਆਪਾਂ ਡਰਾਵਾ ਦੇਤਾ ਕਿ ਤੂੰ ਮੈਨੂੰ ਥੋੜਾ ਜਿਹਾ ਵੀ ਐ ਕੀਤਾ ਤਾਂ ਮੈਂ ਕੇਸ ਕਰਵਾ ਦੂੰਗੀ, ਇਸ ਤਰ੍ਹਾਂ ਦਾ ਕੁਝ ਕਰਵਾ ਦੂੰਗੀ। ਸੋ ਬਹੁਤ ਸਹਿਜ ਨਾਲ ਚੱਲਣ ਦੀ ਜ਼ਰੂਰਤ ਹੈ। ਔਰ ਆਈ ਥਿੰਕ ਇੱਥੇ ਵੀ ਯੂਥ ਤੇ ਬਹੁਤ ਡਿਪੈਂਡ ਕਰਦਾ ਹੈ। ਐਕਸੈਪਟੈਂਸ ਹੋਣੀ ਬਹੁਤ ਜ਼ਰੂਰੀ ਹੈ ਉਹਨਾਂ ਵਿੱਚ। ਔਰ ਥੋੜਾ ਜਿਹਾ ਦੂਸਰੇ ਦੇ, ਕਿਉਂਕਿ ਅੱਜ ਕੱਲ੍ਹ ਜੋ ਜ਼ਿਆਦਾਤਰ ਕੇਸਿਸ ਆਉਂਦੇ ਆ ਕਿ ਲੜਕੀਆਂ ਦੀ ਪ੍ਰੋਟੈਕਸ਼ਨ ਲਈ ਬਹੁਤ ਕਾਨੂੰਨ ਬਣ ਗਏ ਹੈ ਔਰ ਲੜਕੀਆਂ ਪੜ੍ਹੀਆਂ ਲਿਖੀਆਂ ਵੀ ਹੈ, ਉਹ ਹਰ ਚੀਜ਼ ਬਰਦਾਸ਼ਤ ਨਹੀਂ ਕਰਦੀਆਂ। ਸੋ ਕਿਤੇ ਨਾ ਕਿਤੇ ਆਪਣੇ ਸਮਾਜ ਨੂੰ, ਮੈਂ ਹਮੇਸ਼ਾ ਗੱਲ ਕਰਦੀ ਹਾਂ ਵੀ ਕੁੜੀਆਂ ਦੀ ਇੰਪਾਵਰਮੈਂਟ ਦੀ ਆਪਾਂ ਗੱਲ ਕਰਦੇ ਹਾਂ, ਜੀ। ਸਮਾਜ ਨੂੰ ਵੀ ਸਿੱਖਣਾ ਪਊਗਾ ਕਿ ਇੰਪਾਵਰਡ ਕੁੜੀਆਂ ਨਾਲ ਰਹਿਣਾ ਕਿਸ ਤਰ੍ਹਾਂ ਹੈ। ਲੜਕਿਆਂ ਨੂੰ ਵੀ ਸਿੱਖਣਾ ਪਊਗਾ ਕਿ ਜੋ ਲੜਕੀ ਇੰਪਾਵਰਡ ਹੈ, ਜੋ ਬਹੁਤ ਸਟਰੋਂਗ ਹੈ, ਜਿਸ ਦੀ ਆਪਣੀ ਇੱਕ ਹੋਂਦ ਹੈ, ਵਜੂਦ ਹੈ, ਉਹਦੇ ਨਾਲ ਰਹਿਣਾ ਕਿਵੇਂ ਹੈ। ਸੋ ਇਹ ਸਾਰਿਆਂ ਦਾ ਇੱਕ ਕਲੈਕਟਿਵ ਐਫਰਟ ਹੋਣਾ ਚਾਹੀਦਾ ਹੈ। ਅਗਰ ਆਪਾਂ ਇੱਕ ਦੂਸਰੇ ਨੂੰ ਸਪੇਸ ਦੇਵਾਂਗੇ, ਜਿਹਨੂੰ ਕਹਿੰਦੇ ਆ ਜਗ੍ਹਾ ਦੇਵਾਂਗੇ ਗਰੋ ਕਰਨ ਦੀ, ਤਾਂ ਕੋਈ ਵੀ ਇਨਸਾਨ ਹੈ ਉਹ ਹਮੇਸ਼ਾ ਤੁਹਾਡੀ ਰਿਸਪੈਕਟ ਕਰੂਗਾ। ਕੋਈ ਵੀ ਰਿਸ਼ਤਾ, ਉਹਦੀ ਰਿਸਪੈਕਟ ਜਿਹੜੀ ਉਹ ਕਾਇਮ ਰਹੂਗੀ। ਸੋ ਆਈ ਥਿੰਕ ਇਸ ਤੇ ਥੋੜਾ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ। ਅੱਛਾ, ਮੈਨੂੰ ਅਖੀਰ ਦੇ ਵਿੱਚ ਹਰ ਇਨਸਾਨ, ਤੁਸੀਂ ਵੀ ਹੁਣ ਇੱਕ ਪੋਜੀਸ਼ਨ ਤੇ ਪਹੁੰਚ ਗਏ ਹੋ ਜੀ। ਸਪੋਰਟਸ ਦੇ ਵਿੱਚ, ਇੱਕ ਮਿਆਰ ਤੁਸੀਂ ਹਾਸਲ ਕੀਤਾ। ਅੱਜ ਵੀ ਤੁਸੀਂ ਆਪਦੇ ਨਵੇਂ ਸਾਲ 'ਚ ਟਾਰਗੇਟਸ ਚੁਣਦੇ ਹੋ? ਜੀ ਹਾਂ, ਬਿਲਕੁਲ ਚੁਣਦੀ ਹਾਂ। ਟਾਰਗੇਟਸ ਵੀ ਚੇਂਜ ਹੁੰਦੇ ਰਹਿੰਦੇ। ਜਦੋਂ ਤੁਸੀਂ ਸਪੋਰਟਸ ਕਰਦੇ ਹੋ, ਪੜ੍ਹਾਈ ਕਰਦੇ ਹੋ, ਤਾਂ ਤੁਹਾਡੇ ਟਾਰਗੇਟਸ ਉੱਥੋਂ ਤੱਕ ਹੁੰਦੇ ਆ। ਹੁਣ ਮੈਂ ਇੱਕ ਅਹਿਮ ਪੋਜੀਸ਼ਨ 'ਤੇ ਹਾਂ ਤਾਂ ਇੱਥੇ ਮੇਰੇ ਟਾਰਗੇਟਸ ਹੋਰ ਵੀ ਜ਼ਿਆਦਾ ਹੋ ਜਾਂਦੇ ਆ, ਜ਼ਿੰਮੇਵਾਰੀਆਂ ਵੱਧ ਜਾਂਦੀਆਂ ਔਰ ਨਾਲ ਇੱਕ ਮਦਰ ਹੋਣ ਦੇ ਨਾਤੇ ਵੀ ਤੁਹਾਡੇ ਕੁਝ ਟਾਰਗੇਟਸ ਹੁੰਦੇ ਆ। ਸੋ ਕੋਸ਼ਿਸ਼ ਹੁੰਦੀ ਹੈ ਵੀ ਉਹ ਸਾਰੇ ਟਾਰਗੇਟਸ ਨੂੰ ਅਚੀਵ ਕਰੀਏ। ਪਰ ਇਹ ਹੁੰਦਾ ਹੈ ਕਿ ਟਾਰਗੇਟਸ ਨੂੰ ਕਦੇ ਬੋਝ ਨਹੀਂ ਬਣਨ ਦੇਣਾ ਚਾਹੀਦਾ, ਜਿਸ ਨੂੰ ਕਹਿੰਦੇ ਆ ਕਿ ਕੋਸ਼ਿਸ਼ ਇਮਾਨਦਾਰ ਹੋਣੀ ਚਾਹੀਦੀ ਹੈ। ਸੋ ਮੈਂ ਸਭ ਨੂੰ ਇਹੀ ਕਹੂੰਗੀ ਕਿ ਟਾਰਗੇਟ ਸੈੱਟ ਕਰੋ ਔਰ ਇਮਾਨਦਾਰ ਕੋਸ਼ਿਸ਼ ਕਰੋ ਉਹਨਾਂ ਨੂੰ ਹਾਸਿਲ ਕਰਨ ਲਈ, ਤਾਂ ਕਿ ਜਦੋਂ ਸਾਲ ਖਤਮ ਹੁੰਦਾ ਹੈ ਜਾਂ ਤੁਸੀਂ ਇਹ ਕਹਿ ਸਕੋ ਕਿ ਮੈਂ ਕੋਸ਼ਿਸ਼ ਕੀਤੀ ਔਰ 5% ਵੀ ਤੁਸੀਂ ਬਿਹਤਰ ਉਹਦੇ 'ਚੋਂ ਕਰਤਾ, ਤੁਹਾਨੂੰ ਰਿਜ਼ਲਟ ਮਿਲ ਗਿਆ, ਤਾਂ ਤੁਹਾਨੂੰ ਤਸੱਲੀ ਹੋਊਗੀ, ਸੈਟੀਸਫੈਕਸ਼ਨ ਹੋਊਗੀ। ਓਲੰਪੀਅਨ ਬਣਨ ਦੇ ਵਿੱਚ ਕਿਹੜੀ ਇੱਕ ਚੀਜ਼ ਨੂੰ ਜੇ ਚੁਣਨਾ ਹੋਵੇ, ਤੁਸੀਂ ਚੁਣਿਆ ਜਿਹੜਾ ਨੁਕਤਾ ਤੁਹਾਡੀ ਜ਼ਿੰਦਗੀ 'ਚ ਬਹੁਤ ਕੰਮ ਆਇਆ? ਇਹ ਹਾਰਡ ਵਰਕ ਹੈ ਜੀ, ਮਿਹਨਤ ਹੈ। ਔਰ ਮਿਹਨਤ ਦੇ ਨਾਲ ਟਾਈਮ ਮੈਨੇਜਮੈਂਟ ਔਰ ਦਿਮਾਗ 'ਚ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਵਾਰੀ ਤੁਹਾਨੂੰ ਡਿਸਟਰੈਕਸ਼ਨਸ ਹੁੰਦੀਆਂ, ਤੁਹਾਨੂੰ ਕਈ ਵਾਰ ਰਸਤੇ ਬਹੁਤ ਖੁੱਲ੍ਹਦੇ ਹੁੰਦੇ ਆ। ਜਦੋਂ ਆਪਾਂ ਕੁਛ ਰਸਤਾ ਚੁਣਦੇ ਹਾਂ ਤਾਂ ਲੋਕ ਆਸ-ਪਾਸ ਕਹਿ ਦਿੰਦੇ ਆ ਵੀ ਇੱਥੇ ਕੀ ਫਾਇਦਾ ਹੈ ਜਾਂ ਕੀ, ਤਾਂ ਤੁਹਾਨੂੰ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਹੋਗੇ ਕਿ ਅੱਜ ਹੀ ਮੈਨੂੰ ਇਹਦਾ ਰਿਜ਼ਲਟ ਚਾਹੀਦਾ, ਰਿਜ਼ਲਟ ਇੰਨੀ ਜਲਦੀ ਨਹੀਂ ਮਿਲਦਾ, ਉਸ 'ਤੇ ਮਿਹਨਤ ਲੱਗਦੀ ਹੈ। ਸੋ ਕਲੈਰਿਟੀ ਹੋਣੀ, ਦਿਮਾਗ ਵਿੱਚ ਕਲੀਅਰ ਪਿਕਚਰ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਸ਼ੁਕਰੀਆ, ਤੇ ਉਮੀਦ ਕਰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਦੇ ਵਿਦਿਆਰਥੀਆਂ ਦੇ, ਖਿਡਾਰੀਆਂ ਦੇ ਇਹ ਜ਼ਰੂਰ ਗੱਲਾਂ ਬਾਤਾਂ ਕੰਮ ਆਉਣਗੀਆਂ। ਤੁਸੀਂ ਨਵੇਂ ਸਾਲ ਦੇ ਆਗਾਜ਼ ਤੇ ਟਾਈਮ ਦਿੱਤਾ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ। ਅਵਨੀਤ ਕੌਰ ਸਿੱਧੂ ਜੀ ਨਾਲ ਗੱਲਬਾਤ ਕਰਕੇ ਹਮੇਸ਼ਾ ਹੀ ਚੰਗਾ ਲੱਗਦਾ ਹੈ। ਇਸ ਤਰ੍ਹਾਂ ਦੇ ਲੋਕ ਸਾਡੇ ਰੋਲ ਮਾਡਲ ਲਿਸਟ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ, ਮਾਪਿਆਂ ਦੇ ਵੀ ਤੇ ਬੱਚਿਆਂ ਦੇ ਵੀ। ਜੇ ਮਾਪਿਆਂ ਦੇ ਹੋਣਗੇ ਤਾਂ ਬੱਚਿਆਂ ਦੇ ਪਾਵਾਂਗੇ। ਤਾਂ ਇਸ ਗੱਲਾਂ ਦਾ ਧਿਆਨ, ਇਹਨਾਂ ਗੱਲਾਂ ਦਾ ਧਿਆਨ, ਤਾਂ ਇਹਨਾਂ ਮਸਲਿਆਂ ਦਾ ਧਿਆਨ ਜ਼ਰੂਰੀ ਹੈ, ਤਾਂ ਕਿ ਨਵਾਂ ਸਾਲ ਤੁਹਾਡਾ ਹੋਰ ਤੁਹਾਨੂੰ ਬਿਹਤਰ ਤੇ ਸਰਮੌਰਤਾ ਵੱਲ ਲੈ ਕੇ ਜਾਵੇ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।